सतनाम श्री वाहिगुरु साहिब जी। सूही महला पंजवा। दर्शन देख जी मांगुर तेरा, पूरन कर्म होए प्रभु मेरा। एह बेनंती सुन प्रभु मेरे, देह नाम कर अपने चेरे रहाओ। अपनी शरण राख प्रभु दाते, गुर प्रसाद किन बिरल जाते। सुनो हो बिनो प्रभु मेरे मीता, चरण कमल वस है मेरे चीता। नानक एक करे अरदास, विसर नाही पूरन गुणतास। नानक एक करे अरदास, विसर नाही पूरन गुणतास। कोट ब्रह्मंडां दे मालक, जुगो जोगी अटल शब्दा अवतार, दसवां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। अज दसवीं का पवित्र दिहाड़ा है, जो आप समूह संगत मिल जुल करके गुरुद्वारा सिंह शहीदा सोहाना विखे धन धन अमर शहीद जथेदार बाबा हनुमान सिंह जी, जो बुढ़ा दल के 7वें जथेदार हुए ने, ते श्री अकाल तख्त साहिब जी दे अकाली फूला सिंह जी तो बाद जथेदार बने। महाराणी जिंद कौरा ने इन्हां दे कोल फरियाद की, तो इन्हां गोरियां दे नाल मुदकी दा जंग लड़िया। जंग लड़ते लड़ते मुदकी दा जंग जित के पटियाले तो कढ़ाम 90 साल की बजुर्ग अवस्था दे विच पट दे विच तोप दा गोला वजिया। जख्मी हालत विच इत्थे सुहानी दी जूह विच पहुंचे। होर भी अनेकां सिंह सिंघनियां बच्चे बजुर्ग पूरा दल पंथ इन्हां दे नाल सी। इस स्थान दे गोरियां दे नाल जूझदियां होया गुरु साहब के बचनों मुताबक गगन दमाम बाजिओ परियो निशाना घाओ। खेत जो मंडियो सूरमा अब जूझन को दाओ।
सूरा सो पहचानिए जो लरै दीन के हेत। पुरजा पुरजा कट मरै कबहू न छाडै खेत। देह शिवा बर मोहि एह शुभ कर्मन दे कबहू न डरो। ना डरो अरसों जब जाए लरो निश्चय कर अपनी जीत करो। हर सिखों अपने ही मन गो एह लालचों गुण दो चुरो। जब आव की औद निदान बने अति ही रन में तब जूझ मरों दे बचना मुताबिक शहीदी प्राप्त करके सचखंड पर लोग गमन कर गए। आ जो मेन स्थान है ਵੱਡਾ ਥੜਾ ਸਾਹਿਬ, ਇੱਥੇ ਬਾਬਾ ਜੀ ਦਾ ਸਰੀਰ ਅੰਤਮ ਸੰਸਕਾਰ ਕੀਤਾ ਗਿਆ। ਉਹਨਾਂ ਦਾ ਅੰਗੀਠਾ ਸਾਹਿਬ ਹੈ ਜਿੱਥੇ ਮਹਾਰਾਜ ਦਾ ਪ੍ਰਕਾਸ਼। ਦੂਜੇ ਪਾਸੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਚੱਲਦੀ ਹੈ। ਉੱਥੇ ਬਾਕੀ ਦੇ ਜਿੰਨੇ ਵੀ ਦਲ ਪੰਥ ਦੇ ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਸ਼ਹੀਦ ਹੋਏ, ਲਗਭਗ 3500 ਦੇ ਕਰੀਬ ਸ਼ਹੀਦੀਆਂ ਹੋਈਆਂ ਹਨ। ਉਹਨਾਂ ਸਭਨਾਂ ਦਾ ਸ਼ਹੀਦੀ ਅਸਥਾਨ ਉਹ ਦੂਜੇ ਪਾਸੇ ਜਿੱਥੇ ਸੰਗਤਾਂ ਦਰਸ਼ਨ ਕਰਦੀਆਂ ਨੇ। ਜਿਵੇਂ ਅਸੀਂ ਆਪਦੇ ਬਜ਼ੁਰਗਾਂ ਦਾ ਸਾਲ ਬਾਅਦ ਦਿਨ ਮਨਾਉਂਦੇ ਹਾਂ, ਇਸੇ ਤਰ੍ਹਾਂ ਪੁਰਾਤਨ ਗੁਰਸਿੱਖਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਪੰਥ ਦੀ ਜੈ ਜੈਕਾਰ ਲਈ ਇਸ ਨਿਸ਼ਾਨ ਸਾਹਿਬ ਦੇ ਝੰਡੇ ਨੂੰ ਝੂਲਦਾ ਰੱਖਣ ਲਈ ਕਿੰਨੀਆਂ ਸ਼ਹੀਦਾਂ ਨੇ ਪ੍ਰਾਪਤ ਕੀਤੀਆਂ। ਉਹਨਾਂ ਸਾਰਿਆਂ ਦੀ ਸਾਂਝੀ ਯਾਦ 10ਵੀਂ ਦਾ ਦਿਹਾੜਾ ਨਿਯਤ ਕੀਤਾ ਗਿਆ। ਸੋ ਪੁਰਾਤਨ ਸਮੇਂ ਤੋਂ 10ਵੀਂ ਦਾ ਦਿਹਾੜਾ ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ ਇੱਧਰ ਮਾਲਵੇ ਦੀ ਧਰਤੀ 'ਤੇ ਸੰਗਤਾਂ ਅੱਜ ਤੱਕ ਮਨਾਉਂਦੀਆਂ ਆ ਰਹੀਆਂ ਨੇ। ਇਸ ਸਥਾਨ ਦੇ ਵੀ ਹਰ ਮਹੀਨੇ ਦੇ ਮਹੀਨੇ ਅੰਮ੍ਰਿਤ ਸੰਚਾਰ ਹੁੰਦਾ ਹੈ, ਜੋ ਹੁਣ ਵੀ ਹੋ ਰਿਹਾ ਹੈ। ਬੇਅੰਤ ਪ੍ਰਾਣੀ ਗਵੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਲੜ ਲੱਗਦੇ ਹਨ ਅਤੇ ਅੰਮ੍ਰਿਤ ਵੇਲੇ ਤੋਂ 2-2:30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਹਰ ਰੋਜ਼ ਦੀ ਤਰ੍ਹਾਂ 5 ਬਾਣੀਆਂ ਦਾ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ, ਸੰਪੂਰਨ ਛੰਦਾਂ ਸ਼ਬਦਾਂ ਸਲੋਕਾਂ ਸਮੇਤ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ, ਉਪਰੰਤ ਅੰਮ੍ਰਿਤ ਵੇਲੇ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਜੋ ਆਪ ਨੇ ਸੂਹੀ ਰਾਗ ਦੇ ਅੰਦਰ ਅੰਮ੍ਰਿਤ ਵੇਲੇ ਸਰਵਣ ਕੀਤੀ। ਉਸ ਤੋਂ ਉਪਰੰਤ ਦਿਨ ਦਾ ਦੀਵਾਨ ਪ੍ਰਾਰੰਭ ਹੋਇਆ। ਕਥਾ ਕੀਰਤਨ ਰਾਗੀ ਢਾਡੀ ਪ੍ਰਚਾਰਕ ਆਪ ਸੰਗਤਾਂ ਨੂੰ ਨਿਹਾਲ ਕਰਕੇ ਗਏ ਨੇ। ਹੁਣੇ ਰਾਗੀ ਸਿੰਘ ਤਿੰਨਾਂ ਦੀ ਮਿੱਠੀ ਪਿਆਰੀ ਰਸਨਾ ਤੋਂ ਆਪ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਹੁਣ ਕੁਝ ਸਮੇਂ ਵਾਸਤੇ ਆਪਣੀ ਹਾਜ਼ਰੀ ਮਹਾਰਾਜ ਦੇ ਚਰਨਾਂ 'ਚ ਲਵਾਉਂਦਿਆਂ ਹੋਇਆਂ ਗੁਰਮਤਿ ਵਿਚਾਰ ਦੇ ਵਿੱਚ ਮਨ ਦੀਆਂ ਬਿਰਤੀਆਂ ਨੂੰ ਜੋੜੀਏ। ਅਰਦਾਸ ਨੂੰ ਗੁਰਮਤਿ ਵਿਚਾਰ ਕਰਨ ਦੀ ਆਗਿਆ ਬਖਸ਼ੋ। ਇੱਕ ਵਾਰ ਰਸਨਾ ਦੀ ਪਵਿੱਤਰਤਾ ਲਈ ਦਾਸ ਨੂੰ ਪਹਿਲਾਂ ਫਤਿਹ ਬੁਲਾਓ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦਾ ਬਚਨ ਹੈ ਸ੍ਰੀ ਰਾਗ ਦੇ ਵਿੱਚ, ਅੰਤਰ ਕੀ ਗਤ ਜਾਣੀਐ ਗੁਰ ਮਿਲੀਐ ਸੰਗ ਉਤਾਰ। ਕਿ ਜੋ ਪਰਮਾਤਮਾ ਸਾਡੇ ਅੰਦਰ ਦੀ ਗਤੀ ਨੂੰ, ਹਾਲਤ ਨੂੰ ਜਾਣਦਾ ਹੈ,
ਸਾਡੇ ਅੰਦਰ ਕੀ ਚੱਲ ਰਿਹਾ ਹੈ, ਮਾੜਾ ਵਿਚਾਰ ਚੰਗਾ ਵਿਚਾਰ। ਉਹ ਪਰਮਾਤਮਾ ਸਾਡੇ ਬਾਰੇ ਸਭ ਕੁਝ ਜਾਣਦਾ ਅਤੇ ਸਮਝਦਾ ਹੈ। ਘਟ ਘਟ ਕੇ ਅੰਦਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਚੀਟੀ ਤੇ ਕੁੰਜਰ ਯਸਤੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਜਿਹੜਾ ਗੁਰੂ ਸਾਹਿਬ ਮਹਾਰਾਜ ਸਾਡੇ ਦਿਲ ਦੀਆਂ ਗੱਲਾਂ ਨੂੰ ਜਾਣਦਾ ਹੈ, ਜੋ ਅੰਦਰ ਸਾਡੇ ਕੀ ਚੱਲ ਰਿਹਾ ਹੈ, ਇਸ ਬਾਬਤ ਉਹਨੂੰ ਸਭ ਕੁਝ ਪਤਾ ਹੈ, ਅੰਤਰਜਾਮੀ ਹੈ। ਉਸ ਗੁਰੂ ਜੀ ਨੂੰ ਸਾਰੇ ਸ਼ੰਕੇ ਮਨ ਦੇ ਭਰਮ ਉਤਾਰ ਕਰਕੇ ਗੁਰ ਮਿਲੀਏ ਸੰਗ ਉਤਾਰ ਜਦ ਵੀ ਮਿਲੀਏ, ਅਤੇ ਸ਼ੰਕਾ ਉਤਾਰ ਕੇ ਮਿਲੀਏ। ਮਨ ਦੇ ਵਿੱਚ ਕੋਈ ਭਰਮ ਕੋਈ ਸ਼ੰਕਾ ਨਾ ਰੱਖੀਏ। ਜੇ ਮਨ ਦੇ ਵਿੱਚ ਗੁਰੂ ਪ੍ਰਤੀ ਸ਼ੰਕਾ ਰਹਿ ਜਾਵੇ ਤਾਂ ਗੁਰਸਿੱਖ ਦੀ ਕਲਿਆਣ ਨਹੀਂ ਹੁੰਦੀ, ਮੁਕਤੀ ਨਹੀਂ ਹੁੰਦੀ। ਗੁਰੂ ਜੀ ਦੇ ਉੱਪਰ ਸਾਡੀ ਸ਼ਰਧਾ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਫੇਸਬੁੱਕ ਦੇ ਗਿਆਨੀ, ਯੂਟਿਊਬ ਦੇ ਗਿਆਨੀ ਇਹੋ ਜਿਹੀਆਂ ਗੱਲਾਂ ਬਿਥਮੀਆਂ ਬਿਨਾਂ ਕਿਸੇ ਸ਼ਰਧਾ ਭਾਵਨਾ ਦੇ ਜਾਣਕਾਰੀ ਦੇ ਕਰਦੇ ਨੇ, ਜੋ ਕਦੇ ਨਾ ਸੁਣੀਆਂ ਨਾ ਕਿਤੇ ਲਿਖੀਆਂ। ਗੁਰੂ ਮਹਾਰਾਜ ਦੇ ਇਤਿਹਾਸ ਨੂੰ ਖੰਡਨ ਕਰੀ ਜਾਂਦੇ ਨੇ। ਗੁਰੂ ਸਾਹਿਬ ਦੀ ਜੋ ਦਸਮ ਦੀ ਬਾਣੀ ਹੈ ਉਹਦੇ ਉੱਪਰ ਉਂਗਲ ਉਠਾਉਂਦੇ ਹਨ। ਆਪ ਦਾ ਕੂੜ ਕਬਾੜ ਹੀ ਬੋਲੀ ਜਾਂਦੇ ਨੇ, ਜਿਹਦੇ ਨਾਲ ਸੰਗਤਾਂ ਦੀ ਸ਼ਰਧਾ ਟੁੱਟੇ। ਅਖਬਾਰਾਂ ਵਿੱਚ ਕੀ, ਮੀਡੀਆ ਵਿੱਚ ਕੀ, ਕਿਤੇ ਵੀ ਸੁਣ ਲਓ ਕੋਈ ਗੱਲ ਸ਼ਰਧਾ ਭਾਵਨਾ ਵਾਲੀ, ਕੋਈ ਭਾਗਾਂ ਵਾਲਾ ਵੀਰ ਕਰੇਗਾ। ਬਾਕੀ ਹਰੇਕ ਜਗ੍ਹਾ 'ਤੇ ਤਰਕ ਹੀ ਤਰਕ ਸੁਣਨ ਨੂੰ ਮਿਲਦੀ ਹੈ। ਸਾਡਾ ਇਤਿਹਾਸ ਇੰਨਾ ਵਿਸ਼ਾਲ ਹੈ ਕਿ ਮਹਾਰਾਜ ਦੀ ਬਾਣੀ ਬਾਰੇ ਕੋਈ ਸ਼ੰਕਾ ਸ਼ੁਦਾ ਹੋ ਹੀ ਨਹੀਂ ਸਕਦਾ। ਪਰ ਜੋ ਗੁਰੂ ਜੀ ਦਾ ਇਤਿਹਾਸ ਹੈ, ਦਸਾਂ ਪਾਤਸ਼ਾਹੀਆਂ ਦਾ, ਇੰਨਾ ਸੱਚਾ ਸੁੱਚਾ ਅਤੇ ਪਵਿੱਤਰ ਹੈ, ਜੋ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ। ਪੁਰਾਤਨ ਗੁਰਸਿੱਖ ਬੜੇ ਸਿਦਕੀ ਅਤੇ ਸ਼ਰਧਾ ਭਾਵਨਾ ਵਾਲੇ ਹੁੰਦੇ ਸਨ, ਜਿਸ ਕਰਕੇ ਉਹਨਾਂ ਦੇ ਮਹਾਰਾਜ ਸਾਹਿਬ ਦੀ ਕਿਰਪਾ ਸੀ। ਪਰ ਅੱਜ ਕੱਲ੍ਹ ਪ੍ਰਚਾਰ ਵੱਧ ਗਿਆ ਹੈ, ਸ਼ਰਧਾ ਘਟ ਗਈ ਹੈ। ਹਰੇਕ ਗੱਲ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਕੀਤਾ ਜਾ ਰਿਹਾ ਹੈ। ਜੇ ਸਾਡੇ ਮਨ ਦੇ ਵਿੱਚ ਉਹ ਸ਼ੰਕਾ ਹੀ ਨਹੀਂ ਜਾਏਗਾ ਤਾਂ ਫਿਰ ਕਲਿਆਣ ਕਿਵੇਂ ਹੋਵੇਗੀ। ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਮਾਈ ਮੁੰਡੋ ਤੇ ਗੁਰੂ ਕੀ, ਜਾਤੇ ਪਰਮ ਨਾ ਜਾਏ। ਆਪ ਡੁਬੇ ਚੌ ਬੇਦ ਮੈਂ, ਚੇਲੇ ਦੀਏ ਬਹਾਏ। ਮਾਈ ਮੁੰਡੋ ਇੱਕ ਸਿੱਧਾਂ ਦੀ ਗਾਲ ਸੀ। ਜਿਸ ਗੁਰੂ ਤੋਂ ਮਨ ਦਾ ਸ਼ੰਕਾ ਹੀ ਨਹੀਂ ਜਾਣਾ, ਗੁਰੂ ਦਾ ਫਾਇਦਾ ਕੀ ਹੈ, ਉਹ ਗੁਰੂ ਦਾ ਲਾਭ ਕੀ ਹੈ। ਵੇਖੋ ਭਗਤ ਧੰਨਾ ਜੀ ਨੇ ਆਪ ਦੇ ਗੁਰੂ ਦੇ ਆਖੇ ਲਾ ਕੇ ਇਹ ਬਿਦ ਸੁਣ ਕੇ, ਜੱਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੋਸਾਈਆਂ ਧੰਨਾ ਵਡਭਾਗਾ। ਪ੍ਰਭੂ ਪਰਮਾਤਮਾ ਦੀ ਖੂਹ 'ਤੇ ਹੀ ਪ੍ਰਾਪਤੀ ਕਰ ਲਈ। ਭਾਵੇਂ ਕਿ ਧੰਨੇ ਦਾ ਗੁਰੂ ਅਗਿਆਨੀ ਸੀ ਅਤੇ ਪਖੰਡੀ ਸੀਗਾ, ਝੂਠਾ ਸੀ, ਛਲੀਆ ਸੀ, ਪਰ ਜੋ ਉਹਦੇ ਗੁਰੂ ਨੇ ਕਿਹਾ ਉਹਨੇ ਅਟਲ ਵਿਸ਼ਵਾਸ, ਭਰੋਸੇ ਦੇ ਨਾਲ, ਦ੍ਰਿੜਤਾ ਦੇ ਨਾਲ, ਸ਼ਰਧਾ ਦੇ ਨਾਲ ਉਸ ਨੂੰ ਕਮਾਇਆ। ਜਿਸ ਕਰਕੇ ਭਗਤ ਧੰਨੇ ਨੂੰ ਪ੍ਰਤੱਖ ਜਿਵੇਂ ਬੰਦੇ ਨੂੰ ਬੰਦਾ ਮਿਲਦਾ ਹੈ, ਇਸ ਪ੍ਰਕਾਰ ਪ੍ਰਭੂ ਪਰਮਾਤਮਾ ਅਕਾਲ ਪੁਰਖ ਜੀ ਦੇ ਦਰਸ਼ਨ ਹੋਏ। ਧੰਨੇ ਸੇਵਿਆ ਬਾਲ ਬੁੱਧ, ਤਿਰਲੋਚਨ ਗੁਰ ਮਿਲ ਪਈ ਸੁਧ।
ਭਗਤ ਧੰਨਾ ਜੀ ਨੇ ਬਾਲਕਾਂ ਵਾਲੀ ਬੁੱਧੀ ਦੇ ਨਾਲ ਪ੍ਰਭੂ ਦਾ ਸੇਵਨ ਕੀਤਾ। ਭਾਵ ਜਿਵੇਂ ਬੱਚਾ ਹੈ, ਬੱਚੇ ਨੂੰ ਜਿਸ ਤਰ੍ਹਾਂ ਮਰਜ਼ੀ ਆਖੇ ਲਾ ਲਓ, ਉਹ ਮਨ ਵਿੱਚ ਸ਼ੰਕਾ ਨਹੀਂ ਕਰਦਾ, ਉਹ ਆਪਦੀ ਸਿਆਣਪ ਨਹੀਂ ਵਰਤਦਾ। ਇਸੇ ਤਰ੍ਹਾਂ ਭਗਤ ਧੰਨਾ ਜੀ ਨੇ ਬਾਲਕਾਂ ਵਾਲੀ ਬੁੱਧੀ ਰੱਖੀ। ਭੋਲਾ ਪਾਉ ਗੋਬਿੰਦ ਮਿਲਾਵੇ, ਭੋਲੇ ਸੁਭਾਅ ਮੁਤਾਬਕ ਉਹਨਾਂ ਨੇ ਸ਼ਰਧਾ ਦੇ ਨਾਲ ਸਿਰ ਸੁੱਟ ਕੇ ਪ੍ਰਭੂ ਨੂੰ ਆਰਾਧਿਆ। ਤਾਂ ਮਹਾਰਾਜ ਨੇ ਦਰਸ਼ਨ ਦੇ ਕੇ ਸ਼ਾਹੇ ਰੋਟੀ ਲੈ ਭੋਗ ਚੜਾਵੇ। ਭਗਤ ਧੰਨੇ ਦੀ ਲੱਸੀ ਪੀਤੀ ਅਤੇ ਮਿੱਸੇ ਪ੍ਰਸ਼ਾਦੇ ਛਕੇ। ਉਹਨੇ ਬੇਨਤੀ ਵੀ ਕੀਤੀ ਕਿ ਮਹਾਰਾਜ ਇਹਨੂੰ 8 ਪਹਿਰ ਹੋ ਗਏ ਨੇ, ਇਹ ਬਾਸੀ ਹੋ ਗਈ ਹੈ, ਆਪ ਆਗਿਆ ਦੇਵੋ, ਮੈਂ ਘਰੋਂ ਆਰਡਰ ਦੇ ਕੇ ਨਵੀਂ ਮੰਗਵਾ ਲੈਂਦਾ ਹਾਂ, ਤਾਜ਼ਾ ਪ੍ਰਸ਼ਾਦਾ ਛਕੋ, ਬਾਸੀ ਨੂੰ ਕੀ ਭੋਗ ਲਾਉਣਾ। ਮਹਾਰਾਜ ਕਹਿੰਦੇ ਨਹੀਂ ਧੰਨਿਆ, ਤੂੰ ਖੋਲ੍ਹ ਕੇ ਦੇਖ ਤਾਂ ਸਹੀ, ਇਹ ਬਾਸੀ ਨਹੀਂ ਹੋਈ ਹੈ, ਇਹ ਤਾਂ ਨਾਮ ਜਪਿਆ, ਬਾਣੀ ਬੜੀ ਹੈ। ਜਦ ਉਹਨੇ ਆਪਣੀ ਗੰਢ ਪੋਟਲੀ ਖੋਲ੍ਹ ਕੇ ਦੇਖੀ, ਜਿਹਦੇ ਵਿੱਚ ਪ੍ਰਸ਼ਾਦੇ ਲਪੇਟੇ ਹੋਏ ਸੀਗੇ, ਉਹ ਇੰਨੇ ਗਰਮ ਜਿਵੇਂ ਹੁਣੇ ਹੁਣੇ ਪਕਾ ਕੇ ਲਿਆਂਦੇ ਹੋਣ। ਵਾਹਿਗੁਰੂ ਨੂੰ ਪ੍ਰਤੱਖ ਭੋਗ ਲਵਾਇਆ। ਇਹ ਸ਼ਰਧਾ ਦੀ ਗੱਲ ਹੈ। ਇੱਕ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਨਾਰਦ ਮੁਨੀ ਬਾਰੇ। ਕਹਿੰਦੇ ਨਾਰਦ ਮੁਨੀ ਡੇਲੀ ਜਗਨਨਾਥ ਦੇ ਦਰਸ਼ਨ ਕਰਨ ਜਾਇਆ ਕਰੇ। ਸਭਾ ਦੇ ਵਿੱਚ ਬੈਠ ਕੇ ਜਿੰਨਾ ਚਿਰ ਦੀਵਾਨ ਸਜੇ ਹਾਜ਼ਰੀ ਭਰ ਕੇ ਵਾਪਸ ਆਇਆ ਕਰੇ। ਆਉਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਉਹ ਡੇਲੀ ਖੋਤਿਆਂ ਵਾਲਿਆਂ ਨੂੰ ਦੇਖੇ। ਉਹ ਖੋਤਿਆਂ ਵਾਲੇ ਜਾਂਦੀ ਬਾਕੀ ਤਾਂ ਖਾਲੀ ਜਾਂਦੇ ਹੋਣ ਅਤੇ ਆਉਂਦੀ ਬਾਕੀ ਉਹਨਾਂ ਵਿੱਚ ਮਿੱਟੀ ਭਰੀ ਹੋਵੇ। ਇੱਕ ਦਿਨ ਉਹਨੂੰ ਖਿਲਾਰ ਕੇ ਪੁੱਛ ਹੀ ਲਿਆ ਖੋਤਿਆਂ ਵਾਲੇ ਨੂੰ। ਕਹਿਣ ਲੱਗਾ ਕਿ ਤੁਸੀਂ ਡੇਲੀ ਇਹ ਖੋਤਿਆਂ ਦੀ ਮਿੱਟੀ ਕਿੱਥੋਂ ਪੁੱਟ ਕੇ ਲਿਆਉਂਦੇ ਹੋ? ਉਹ ਕਹਿਣ ਲੱਗੇ ਤੈਨੂੰ ਨਹੀਂ ਪਤਾ। ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਨਾਰਦ ਮੁਨੀ ਹੈ। ਕਹਿੰਦੇ ਇੱਕ ਨਾਰਦ ਮੁਨੀ ਨਾਮ ਦਾ ਬਿਆਸ ਦਾ ਪੁੱਤਰ ਡੇਲੀ ਭਗਵਾਨ ਦੇ ਦਰਸ਼ਨ ਕਰਨ ਆਉਂਦਾ ਹੈ, ਅਤੇ ਜਿੱਥੇ ਉਹ ਬੈਠਦਾ ਹੈ ਉਹਦੀ ਬੈਠਣ ਵਾਲੀ ਜਗ੍ਹਾ ਅਪਵਿੱਤਰ ਹੋ ਜਾਂਦੀ ਹੈ। ਜਿਸ ਕਰਕੇ ਭਗਵਾਨ ਉਹ ਜਿਹੜੀ ਜਗ੍ਹਾ ਹੈ ਉਹ ਕਾਫੀ ਆਲੇ ਦੁਆਲਿਓਂ ਜਿੱਥੇ ਜਿੱਥੇ ਉਹ ਬੈਠਦਾ ਉਹ ਉੱਪਰ ਥੱਲਿਓਂ ਹੇਠਾਂ ਤੱਕ ਡੂੰਘੀ ਪਟਾ ਕੇ ਉਹਦੀ ਮਿੱਟੀ ਸਟਾਉਂਦੇ ਹਨ ਬਾਹਰ, ਅਤੇ ਨਵੀਂ ਮਿੱਟੀ ਪਵਾਉਂਦੇ ਨੇ, ਕਿਉਂਕਿ ਉਹ ਨਾਰਦ ਮੁਨੀ ਨਗੁਰਾ ਹੈ। ਆਪਦੇ ਮਨ ਦੇ ਵਿੱਚ ਹੰਕਾਰ ਰੱਖਦਾ ਕਿ ਮੈਂ ਬਿਆਸ ਦਾ ਪੁੱਤਰ ਹਾਂ, ਮੈਨੂੰ ਗੁਰੂ ਧਾਰਨ ਦੀ ਕੋਈ ਲੋੜ ਨਹੀਂ ਹੈ। ਨਿਗੁਰੇ ਹੋਣ ਦੀ ਵਜ੍ਹਾ ਕਰਕੇ ਉਹ ਜਿੱਥੇ ਬੈਠਦਾ ਜਗ੍ਹਾ ਪਵਿੱਤਰ ਹੋ ਜਾਂਦੀ ਹੈ। ਫਿਰ ਭਗਵਾਨ ਉਹਨੂੰ ਤਾਂ ਕੁਛ ਕਹਿੰਦੇ ਨਹੀਂ ਵੀ ਇਹ ਬਿਆਸ ਦਾ ਪੁੱਤ ਹੈ, ਨਾਰਦ ਮੁਨੀ ਹੈ, ਸੰਤ ਹੈ, ਸਾਧੂ ਹੈ, ਅਤੇ ਪਰ ਸਾਨੂੰ ਉਹ ਡੇਲੀ ਕੰਮ ਦੇ ਉਹਨਾਂ ਨੇ ਲਾਇਆ ਹੋਇਆ ਹੈ। ਹਰ ਰੋਜ਼ ਸਾਨੂੰ ਇਹ ਕੰਮ ਕਰਨਾ ਪੈਂਦਾ ਹੈ। ਕਾਫੀ ਮਿੱਟੀ 4 ਸਪੇਰਿਓਂ ਡੂੰਘੀ ਪੁੱਟ ਕੇ ਉਹਦੇ ਬੈਠਣ ਵਾਲੀ ਜਗ੍ਹਾ ਨੂੰ ਸਾਫ਼ ਕਰਕੇ ਨਵੀਂ ਮਿੱਟੀ ਪਾਉਣੀ ਪੈਂਦੀ ਹੈ। ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਕਿ ਸਤਿਗੁਰੂ ਜੀ ਤੋਂ ਬਗੈਰ ਕੋਈ ਵੀ ਗੁਰੂ ਨਹੀਂ ਹੈ, ਅਤੇ ਨਗੁਰੇ ਬੰਦੇ ਦਾ ਤਾਂ ਨਾਮ ਵੀ ਲੈਣਾ ਬੁਰਾ ਹੈ। ਜਿੱਥੇ ਬੈਠਦਾ ਜਿਹਦੇ ਨਾਲ ਬੋਲਦਾ ਹੈ ਉਹ ਆਪ ਵੀ ਅਪਵਿੱਤਰ ਹੈ, ਸਭਨਾਂ ਨੂੰ ਅਪਵਿੱਤਰ ਕਰਦਾ ਹੈ। ਗੁਰਬਾਣੀ ਵਿੱਚ ਲਿਖਿਆ ਜਿਉ ਨਗੁਰਾ ਬਹੁ ਬਾਤਾਂ ਜਾਣੈ,
वो हर दरगह है भ्रष्टी। निगुरा पुरुष जिहदा कोई भी गुरु पीर नहीं है, वो गल्लां तां बहुतियां करनियां जाणदा, गल्लां विच वारे नहीं आउण दिंदा, हरेक गल दा तुहानूं जवाब देवेगा, तुहानूं हार मन्ननी पवेगी। गल्ली हों सो हागण भैणे, कंत न कबू मैं मिलिया। गल्लां दे विच हे भैणे मैं भी सुहागण हाँ, पर पति तो मैनूं कदी मिलिया ही नहीं। फरीद जी ने आख्या गल्ली सो सज्जन भी है, एक टोढ़ेंदी ना लहा। धोखा ज्यों माली गारन तिन मां बरी। कहंदे जे तुसीं लभण तुरोगे गल्लां वाले तुहानूं भी सज्जन लभ पैणगे, पर कमाई वाला एक भी साधु तुहानूं दर्शन नहीं देवेगा। जे कोई होएगा वो भोरा पुट के लोके बैठा होएगा, जे मिल भी पिया तो बोलेगा नहीं, आपदी रमज नहीं दसेगा। जिन हर पाया तिने छपाया दे बचना मुताबक आप दा आप लुका के रखेगा। इसलिए गल्लां वाले हैन कनेरे। गुरु वाला बंदा, गुरु ते शरधा वाला बंदा, करनी कमाई वाला कोई विरला वांझा है। हैन विरले, हैन जरूर पर विरले ने। ना ही कणे फैल फकड़ संसार, नानक लगी तुर मरै जीवन ना ही तान। पर गल्लां वाले तुहानूं निगुरे बंदे भी मिलणगे, जिन्हां दे सवालों का तुसीं उत्तर नहीं दे सकोगे। एक नूर शाह नामे जनानियां दी सरदार सीगी। आसाम जिहड़ा प्रदेश है उहदा पहला नाम सी कामरूप देश। उत्थे बड़ियां जादूगरनियां बीबियां दा राज सी। उन्हां दी सरदारनी, उन्हां दी राणी दा नाम सी नूर शाह। भाई मरदाना बेचारा पानी पीन गया, काबू आ गया। इतिहास में लिखिया कि वो एक बीबी ने गल च धागा पा के उन्होंने पेटू बना लिया। सतगुरु नानक देव महाराज जी पुकार सुन के गए। वो घड़े पानी दे भर के खूह तो लिया रही, तो आख्या साडा बंदा इधर आया। कहते सानू की पता जी, होएगा तो इत्थे वेख लो। अंदर जामी सतगुरु उसे बीबी दे घर गए तो मरदाने नूं सही किया। उन्हां जद गुरु साहब ते जादू चलाउणा चाहया तो भाई बाले ते सच्चे पातशाह जी ने उन्हां दे सिर नाल घड़े ला दिते। बड़ियां दुखी होईयां। नूर शाह उन्हां दी राणी ने जोर ला लिया पर घड़े ना उतार सके। आखिर सतगुरां नूं आप तो वड्डा जान के महाराज दी चरनी बई। ये सच्चे पातशाह अनजान ने, मैं भी आप दी महिमा नूं नहीं जानिया, साडी भुल बख्शो जे। सतगुरु महाराज जी ने निगाह पा के उन्हां दे घड़े उतारे। कहंदे जी असीं आप दी सिੱਖੀ धारण करदियां, सानू सीधे रस्ते पाओ। तो महाराज ने नूर शाह राणी दे परथाए ये पंक्तियां उचारियां। महला पहला। गल्ली असी चंगियां या चारी बुरियां, गल्लां साथों जिन्नियां मर्जी सुन लो, असी लड़ी नहीं टुटन देंगे। ज्यों सवेर तो शाम तक तुहाडे कन खाई जावांगे। पर गल्लां भी इन्ने रस वालियां होणगियां तुहानूं उठण नहीं देंगे। पर जे कहो भी जपजी साहब का पाठ सुनाओ, एक के दो जी बस करिए। बाणी पढ़नों नहीं रूह करदी। नाम जपना बड़ा औखा है, आखण औखा साचा ना हो। गल्लां भावें मीटिंगां सारी सारी दिहाड़ी चलदियां रहन। गल्ली असी चंगियां, गल्लां दे विच तां असीं बहुत चंगियां, पर आचारी बुरियां। साडी मर्यादा कोई नहीं, साडी रहत कोई नहीं। जो गुरु साहब ने अमर छकाया, अमर की रह दी है, बाणी का नितनेम दिता है, वो वालों असी जीरो हाँ।
ਮਨੋ ਕਸੁੱਧਾ ਕਾਲੀਆ, ਮਨ ਪਵਿੱਤਰ ਨੇ, ਪਾਪਾਂ ਦੀ ਕਾਲ ਕਰਕੇ ਕਾਲੇ ਹੋਏ ਪਏ ਨੇ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਪੰਡਤ ਨੂੰ ਉਪਦੇਸ਼ ਦਿੱਤਾ ਸੀ, ਉਹ ਦੇਖ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ। ਮਤ ਪਿੱਟੈ ਵੇ ਮਤ ਪਿੱਟੈ, ਇਹੋ ਅੰਨ ਅਸਾਡਾ ਫਿੱਟੈ, ਤਨ ਫਿੱਟੈ ਫੇੜ ਕਰੀਨ, ਮਨ ਜੂਠੈ ਚੁਲੀ ਪਰੇਨ। ਕਹੋ ਨਾਨਕ ਸੱਚ ਤੇ ਆਵੀਐ, ਸੁਚ ਹੋਵੇ ਤਾਂ ਸੱਚ ਪਾਈਐ। ਚੌਂਕਾ ਦੇ ਕੇ ਸੁੱਚਾ ਹੋਏ। ਉਹ ਪੰਡਤ ਬਹੁਤ ਹੀ ਸੁਚਮ ਦਾ ਵਰਤਦਾ। 4 ਸਵੇਰੇ ਕਾਰ ਕੱਢ ਕੇ ਵੇ ਚੁੱਲ੍ਹਾ ਬਣਾ ਕੇ ਸੁਚਮ ਦਾ ਨਾਲ ਭੋਜਨ ਤਿਆਰ ਕੀਤਾ। ਮਾਰੇ ਕਹਿੰਦੇ, ਹੇ ਪੰਡਤ ਜੀ, ਕੁਬੁੱਧ ਡੂਮਣੀ ਕੁਦਇਆ ਕਸਾਇਨ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਜਿਹੜੀ ਖੋਟੀ ਬੁੱਧੀ ਤੁਸੀਂ ਧਾਰੀ ਹੈ, ਇਹ ਤਾਂ ਡੂਮ ਦੇ ਘਰ ਵਾਲੀ ਡੂਮਣੀ ਮਰਾਸਣ ਹੈ। ਜਿਹੜੀ ਖੋਟੀ ਦਇਆ ਤੁਸੀਂ ਕਰਦੇ ਹੋ, ਇਹ ਕਸਾਈ ਦੇ ਘਰ ਵਾਲੀ ਕਸਾਈਣ ਹੈ। ਪਰ ਨਿੰਦਾ, ਜਿਹੜੀ ਪਰਾਈ ਦੀ ਨਿੰਦਾ ਕਰਦੇ ਹੋ, ਘਾਟ ਹਿਰਦੇ ਵਿੱਚ ਚੂੜੀ ਬੈਠੀ ਹੋਈ ਹੈ, ਮਤਲਬ ਮਾੜੀ ਕਰਤੱਬਾਂ ਵਾਲੀ। ਮੁੱਠੀ ਕ੍ਰੋਧ ਚੰਡਾਲ, ਜੋ ਕ੍ਰੋਧ ਬਿਰਤੀ ਹੈ, ਇਹਨੇ ਤੁਹਾਡੀ ਸ਼ਾਂਤੀ ਨੂੰ ਲੁੱਟ ਲਿਆ ਹੈ। ਇਹ ਚੰਡਾਲ ਦੇ ਘਰ ਵਾਲੀ ਚੰਡਾਲਣੀ ਹੈ ਜਾਂ ਖੁਦ ਆਪ ਚੰਡਾਲ ਹੈ। ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਤੁਹਾਡੀ ਲਕੀਰ ਕੱਢੀ ਕੀ ਆਖੂਗੀ ਜੇ ਚਾਰੇ ਹੀ ਇਹ ਨੀਵੀਂ ਜਾਤ ਵਾਲੀਆਂ ਤੁਹਾਡੇ ਨਾਲ ਬੈਠੀਆਂ ਹੋਈਆਂ ਨੇ। ਬੰਦਾ ਹੈ ਹੀ ਨਗੁਰਾ, ਮਰਜ਼ਾਦਾ ਤੋਂ ਹੀਣ। ਮਨੋ ਕਸੁੱਧਾ ਕਾਲੀਆਂ, ਬਾਹਰੋਂ ਚਟਮੀਆਂ, ਰੀਸਾਂ ਕਰੈ ਕਿਤਨਾੜੀਆਂ, ਜੋ ਸੇਵੈ ਦਰ ਖੜੀਆਂ। ਨਾਨਕ ਜਨਮ ਸਕਾਰ ਥਾ, ਜੇ ਤਿਨ ਕੈ ਸੰਗ ਮਿਲਾ ਹੈ ਨੂਰ ਸ਼ਾਹ। ਜਨਮ ਤਾਂ ਸਫਲ ਹੋਊਗਾ ਜੇ ਤੂੰ ਸੰਤਾਂ ਮਹਾਤਮਾ ਰੂਪ ਸਖੀਆਂ ਦੇ ਨਾਲ ਮਿਲੇ, ਵਰਨਾ ਸਭ ਕੁਛ ਅਪਵਿੱਤਰ ਹੈ। ਇੰਝ ਉਹਨਾਂ ਆਖਿਆ ਕਿ ਨਾਰਦ ਮੁਨੀ ਨਗੁਰਾ ਹੈ। ਇਹ ਭੱਜਾ ਭੱਜਾ ਗਿਆ, ਜਾ ਕੇ ਭਗਵਾਨ ਨੂੰ ਕਹਿਣ ਲੱਗਾ, ਹੇ ਭਗਵਾਨ ਜੀ ਮਹਾਰਾਜ, ਜੇ ਮੈਂ ਐਡਾ ਹੀ ਮਾੜਾ ਸੀ ਤਾਂ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਮੈਂ ਗੁਰੂ ਧਾਰਨ ਕਰ ਲੈਂਦਾ। ਤੇ ਭਗਵਾਨ ਕਹਿਣ ਲੱਗੇ ਵੀ ਗੱਲਾਂ ਤਾਂ ਤੂੰ ਬਹੁਤ ਜਾਣਦਾ ਹੈ, ਮੈਂ ਤਾਂ ਵੈਸੇ ਨਹੀਂ ਆਖਿਆ ਵੀ ਗੁੱਸਾ ਨਾ ਕਰੇ। ਤੇ ਪਰ ਜੇ ਪਹਿਲਾਂ ਨਹੀਂ ਤੈਨੂੰ ਪਤਾ ਚੱਲਿਆ, ਹੁਣ ਤਾਂ ਪਤਾ ਲੱਗ ਗਿਆ ਨਾ ਕਿ ਨਿਗੋਰਾ ਬੰਦਾ ਕਿੰਨਾ ਮਾੜਾ ਹੁੰਦਾ। ਉਹਦੇ ਬੈਠਣ ਦੀ ਧਰਤੀ ਅਪਵਿੱਤਰ ਹੋ ਜਾਂਦੀ ਹੈ, ਉਹਦੀਆਂ ਗੱਲਾਂ ਅਪਵਿੱਤਰਤਾਈ ਵਾਲੀਆਂ ਨੇ। ਤੇ ਜੇ ਹੁਣ ਪਤਾ ਲੱਗ ਗਿਆ ਤੇ ਹੁਣ ਹੀ ਗੁਰੂ ਧਾਰਨ ਕਰ ਲਾ। ਕਹਿੰਦਾ, ਮਹਾਰਾਜ ਮੈਨੂੰ ਤੁਸੀਂ ਦੱਸੋ ਕਿ ਮੈਂ ਕਿਸ ਨੂੰ ਗੁਰੂ ਧਾਰਨ ਕਰਾਂ। ਭਗਵਾਨ ਨੇ ਸੋਚਿਆ ਮਨਾ, ਅਜੇ ਵੀ ਇਹਦੇ ਮਨ ਦੇ ਵਿੱਚ ਮਾਣ ਹੈ ਕਿ ਮੈਂ ਬਿਆਸ ਦਾ ਪੁੱਤਰ ਹਾਂ। ਇਹਦਾ ਮਾਣ ਪਹਿਲਾਂ ਤੋੜੀਏ। ਕਹਿੰਦੇ, ਇੰਝ ਕਰੀ, ਜਿਹੜਾ ਤੈਨੂੰ ਇੱਥੋਂ ਜਾਂਦਿਆਂ ਕੋਈ ਰਸਤੇ ਰਾਹ ਖੇੜੇ ਜਾਂ ਕਿਤੇ ਵੀ ਪਹਿਲੀ ਦਫਾ ਮਿਲੇ, ਤੂੰ ਉਸ ਨੂੰ ਗੁਰੂ ਧਾਰਨ ਕਰ ਲਵੀਂ। ਇੱਧਰਲੇ ਪਾਸੇ ਭਗਵਾਨ ਨੇ ਵਸ਼ਿਸ਼ਟ ਮੁਨੀ ਨੂੰ ਪ੍ਰੇਰਿਆ ਕਿ ਹੇ ਵਸ਼ਿਸ਼ਟ ਮੁਨੀ, ਤੂੰ ਜਾ ਕੇ ਨਾਰਦ ਨੂੰ ਗੁਰੂ ਬਣ ਕੇ ਮਿਲ, ਪਰ ਆਪ ਦਾ ਆਪ ਲੁਕਾ ਲਈ, ਦੂਜਾ ਭੇਖ ਧਾਰਨ ਕਰੀ ਮਾਛੀ ਦਾ। ਤਾਂ ਨਾਰਦ ਮੁਨੀ ਦੀ ਪਰਖ ਵਾਸਤੇ, ਉਹਨੂੰ ਭਰਮਾਉਣ ਵਾਸਤੇ, ਉਹਨੂੰ ਪੱਕਾ ਕਰਨ ਵਾਸਤੇ, ਗੁਰੂ ਦੀ ਮਹਿਮਾ ਦਰਸਾਉਣ ਲਈ ਮਾਛੀ ਦਾ ਰੂਪ ਧਾਰਨ ਕਰ ਲਿਆ। ਮੱਛੀਆਂ ਫੜਨ ਵਾਲਾ ਫੰਦਕ ਬਣ ਗਿਆ। ਤੇ ਨਾਰਦ ਮੁਨੀ ਨੇ ਮੱਥਾ ਤਾਂ ਟੇਕ ਦਿੱਤਾ, ਬੱਧੋ ਰੁੱਧੀ ਮੱਥਾ ਟੇਕ ਕੇ ਕਹਿਣ ਲੱਗਾ, ਤੁਸੀਂ ਮੇਰੇ ਗੁਰੂ ਜੀ ਹੋ, ਮੈਨੂੰ ਭਗਵਾਨ ਵਿਸ਼ਨੂੰ ਨੇ ਭੇਜਿਆ ਕਿ ਜਿਹੜਾ ਪਹਿਲਾਂ ਮਿਲੇ ਤੁਸੀਂ ਉਹਨੂੰ ਗੁਰੂ ਧਾਰਨ ਕਰ ਲਿਓ, ਅਤੇ ਮੈਂ ਆਪ ਨੂੰ ਗੁਰੂ ਧਾਰਨ ਕਰਦਾ, ਕੋਈ ਸ਼ੁਭ ਉਪਦੇਸ਼ ਦਿਓ। ਉਹਨੇ ਜਾਲ ਖਰਾ ਲਿਆ। ਕਹਿਣ ਲੱਗਾ, ਵੇਖ ਨਾਰਦ, ਇਹ ਕਿਆ ਸੋਹਣੀਆਂ ਮੱਛੀਆਂ ਨੇ, ਆ ਵੇਖ ਛੋਟੇ ਛੋਟੇ ਪੂੰਗ ਕਿੱਡੇ ਸੋਹਣੇ ਹਨ, ਆਪਾਂ ਫੜ ਕੇ ਲਿਆਂਦੇ ਨੇ, ਕਿਆ ਸੋਹਣਾ ਆਪਦਾ ਗੁਜ਼ਾਰਾ ਹੋਵੇਗਾ।
इस तरह दियाँ उल्टियां सीधियां गल्लां करन लग पिया जान के परख लई। नारद मुनि सोचन लग पिया, कहंदे मना ਇਹਦੇ ਨੂੰ ਤਾਂ ਉਂ ਹੀ ਚੰਗੇ ਸੀ, ਇਹੋ ਜਿਹੇ ਗੁਰੂ ਨਾਲੋਂ ਜੇ ਗੁਰੂ ਮਿਲਿਆ ਤਾਂ ਨਿਰਦਈ ਤਾਮਸੀ ਬਿਰਤੀ ਵਾਲਾ ਮਿਲਿਆ। ਇਉਂ ਸ਼ੰਕਾ ਕੀਤੀ ਵੀ ਇਹ ਮੇਰੀ ਕੀ ਕਲਿਆਣ ਕਰੂਗਾ, ਮੈਂ ਤਾਂ ਨਾਰਦ ਮੁਨੀ ਆ, ਇਹ ਮਾਛੀ ਫੰਦਕ ਗੁਰੂ ਹੈ, ਜੀਵ ਹੱਤਿਆ ਕਰਨ ਵਾਲਾ, ਇਹ ਮੈਨੂੰ ਕੀ ਤਾਰੂਗਾ। ਇਸ ਤਰ੍ਹਾਂ ਸ਼ੰਕਾ ਕਰਕੇ ਤੁਰ ਗਿਆ। ਜਦ ਅਗਲੇ ਦਿਨ ਵਿਸ਼ਨੂੰ ਭਗਵਾਨ ਦੇ ਦਰਸ਼ਨ ਕਰਨ ਗਿਆ ਤਾਂ ਭਗਵਾਨ ਕਹਿਣ ਲੱਗੇ, ਤੂੰ ਗੁਰੂ ਧਾਰ ਆਇਆ? ਕਹਿੰਦਾ ਜੀ ਹਾਂ, ਗੁਰੂ ਤਾਂ ਮੈਂ ਧਾਰ ਆਇਆ, ਪਰ ਕਹਿੰਦੇ ਪਰ ਕੀ? ਕਹਿੰਦੇ ਨਿਰਦਈ, ਕਤਲ ਕਰਨੇ ਵਾਲਾ, ਤਾਮਸੀ ਬਿਰਤੀ ਵਾਲਾ, ਜੀਵ ਘਾਤ ਕਰਨੇ ਵਾਲਾ ਗੁਰੂ ਮਿਲਿਆ। ਮੈਂ ਤਾਂ ਵੈਸ਼ਨੂ ਆ, ਮੈਂ ਤਾਂ ਸਾਧੂ ਆ, पर गुरु मैनू तामसी बिरती वाला मिलिया। कहंदे हे नारद, तू शंका करता गुरु ते? तू बड़ा बड़ा गुनाहगार है, जा तैनू हुण 84 भुगतावांगे, तू गेड़े दे विच पएगा, 84 भोगेगा। इस तरह श्राप दे दिता। कहन लगे महाराज मेरी भुल होई, मैनू खिमा करो, मैं तो उही सुते सिद्ध बचन किया, तुसीं मैनू श्राप ही दे दिता, कृपा करो मेरा श्राप मिटो। कहंदे जिहड़ा मूँह बचन निकल गया वो हुण पूरा होना है, तैनू 84 भोगनी ही पवेगी। कहंदा जी बख्श लो। कहंदे मैं नहीं बख्शांगा, जिहड़े गुरु ते तू शंका कीती है उहदे ही पैरीं पै जा, वो तैनू बख्शूगा। फिर वशिष्ठ मुनि ने आपदे असली स्वरूप दे विच दर्शन दिते। नारद कहन लगा, महाराज कृपा करो, मैनू आ श्राप हो गया, मैं तुहाडी बाहरली क्रिया वेख के भरम गया, मैनू की पता सी कि तुसीं अपना रूप हटाया होया, तुसीं वशिष्ठ मुनि हो, कृपा करो मेरी 84 मिटो। तां वशिष्ठ मुनि कहन लगा, त्यों करी, कल भगवान दे कोल जावी ते जाके उन्होंने बेनती करी, महाराज जिहड़ी 84 तुसीं मैनू भुगताउणी है उहदियां मूर्तां बना के दिखाओ। जद बना के दिखाउणगे धरती दे उपर तां कपड़े ला के उहदे ते लिटन लग पई। जे पुछणगे की करदा है ते कहीं मैं 84 भोगदा जी, आ भी तुहाडी बनाई है, वह भी तुहाडी बनाई है, मैनू इंज ही बख्श लो। इंज साध संगत जीओ, नारद मुनि वशिष्ठ दे बचन सुन के भगवान दे कोल गया। कहंदा महाराज जिहड़ी 84 तुसीं मैनू भुगताउणी है उहदियां शक्लां, उहदियां मूर्तां धरती ते बना के दिखाओ। उन्होंने सप ठूआ कोड़ किरला कां चिड़ी आदक सारिया मूर्तां बना के धरती ते उकर दित्तियां। कहंदे आ तैनू भुगतावांगे। नारद मुनि ने की कीता, आपदे गुरु की आग्या मुताबक कपड़े ला के ते उत्थे मिट्टी के उपर लेटन लग पिया, लोटड़ियां लैन लग पिया। भगवान कहन लगे, नारद की करदा है? कहंदा जी 84 भोगदा हाँ। कहंदे हैं इंज भोगी दी है, तैनू विच पा के भुगतावांगे, जमन मरन दे गेड़े विच पावांगे। नहीं महाराज आ भी तुहाडी बनाई है, वह भी तुहाडी बनाई है, इहदे नाल ही बचन पूरा मनो जी, इस तरह ही बख्श लो महाराज। कहंदे जा तैनू बख्शिया, पर गां तो गुरु ते शंका नहीं करना। हुण दस पुत गुरु समर्थ है कि नहीं समर्थ? ये तेनों जुगती किन्ने दसी है? गुरु ने दसी है ना, ते तू गुरु ते शंका कीता। वेखो साध संगत जीओ, तुसीं आखोगे कि मैं गुरुद्वारे बह के विष्णु दीयां कथा सुनाउणिया हाँ, नारद मुनि की कहानी पा के बह गया। गुरबाणी दे विच इन्हां दे नाम आए ने, इहनूं कहिंदे ने कंपैरिजन अध्ययन, तुलनात्मक अध्ययन।
ਜਿੰਨਾ ਚਿਰ ਆਪਾਂ ਦੂਜਿਆਂ ਬਾਬਤ ਜਾਣਕਾਰੀ ਨਹੀਂ ਰੱਖਾਂਗੇ ਆਪਦੇ ਧਰਮ ਦਾ ਜਿਹੜਾ ਗਿਆਨ ਹੈ ਉਹਦੀ ਵਿਸ਼ੇਸ਼ਤਾ ਪ੍ਰਗਟ ਨਹੀਂ ਹੋਏਗੀ। ਇਸ ਲਈ ਦੂਜਿਆਂ ਦਾ ਗਿਆਨ ਹਾਸਲ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਇਹਨਾਂ ਦਾ ਨਾਮ ਲੈਣਾ ਕੋਈ ਮਾੜੀ ਬਾਤ ਨਹੀਂ, ਉਹ ਵੀ ਭਗਤੀ ਵਾਲੇ ਹੋਏ ਨੇ। ਮੇਰੇ ਕਹਿਣ ਦਾ ਭਾਵ ਕੇਵਲ ਇੰਨਾ ਹੀ ਹੈ ਵੀ ਧੰਨੇ ਦਾ ਗੁਰੂ ਵੇਖੋ ਛਲੀਆ ਸੀਗਾ, ਉਹਨੇ ਠੱਗੀ ਮਾਰੀ, ਲਵੇਰੀ ਗਾਂ ਲੈ ਕੇ ਉਹਨੂੰ ਪੱਥਰ ਲਪੇਟ ਕੇ ਉਹੀ ਦੇਤਾ। ਫਿਰ ਵੀ ਧੰਨੇ ਨੇ ਭਰੋਸਾ ਰੱਖਿਆ, ਉਹਦੇ ਬੇੜੇ ਪਾਰ ਹੋਏ। ਨਾਰਦ ਮੁਨੀ ਵੇਖੋ ਵਸ਼ਿਸ਼ਟ ਨੂੰ ਗੁਰੂ ਧਾਰਿਆ, ਭਾਵੇਂ ਵਸ਼ਿਸ਼ਟ ਮੁਨੀ ਪਰ ਕਿਰਿਆ ਤੋਂ ਉਹਦੀ ਮਾਛੀ ਵਾਲੀ, ਅਤੇ ਉਹਦੀ ਸ਼ਰਧਾ ਹੋਈ ਅਤੇ ਵੇਖੋ ਜੁਗਤੀ ਦੇ ਨਾਲ ਉਹਨੂੰ ਮੁਕਤੀ ਮਿਲ ਗਈ। ਸਾਡੇ ਗੁਰੂ ਬਾਰੇ ਤਾਂ ਕੋਈ ਸ਼ੰਕੇ ਵਾਲੀ ਗੱਲ ਹੀ ਨਹੀਂ। ਮਹਾਰਾਜ ਤਾਂ ਬ੍ਰਹਮ ਦਾ ਰੂਪ ਹੋਏ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜੈ ਕਹਿ ਤੈ ਭਰਪੂਰ ਸਭ ਦੀਪਕ ਦੀਪਾਇਓ, ਜੇ ਸਿੱਖਿਆ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਆਪ ਨਾਰਾਇਣ ਕਲਾ ਧਾਰ ਕੇ ਦੁਨੀਆ ਤਾਰਨ ਆਇਆ। ਉਹ ਦਸਾਂ 'ਚ ਜੋਤ ਵਰਤੀ, ਉਹੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਅਤੇ ਜੁਗਤੀ ਖਾਲਸਾ ਪੰਥ ਨੂੰ ਦਿਖਦੀ ਹੈ। ਮਤਲਬ ਜਿਹਨੇ ਗੁਰੂ ਵਾਲਾ ਬਣਨਾ ਹੈ ਉਹਨੂੰ ਅੰਮ੍ਰਿਤ ਪੰਜ ਪਿਆਰਿਆਂ ਦੇ ਪਾਸੋਂ ਛਕਣਾ ਹੁੰਦਾ ਹੈ। ਜੁਗਤੀ ਪੰਜਾਂ ਪਿਆਰਿਆਂ ਨੂੰ ਦਿੱਤੀ ਹੈ, ਅੰਮ੍ਰਿਤ ਪੰਜ ਪਿਆਰੇ ਛਕਾਉਂਦੇ ਨੇ, ਨਾਮ ਦ੍ਰਿੜ 5 ਵਾਰ 5 ਪਿਆਰੇ ਸਾਹਿਬਾਨ ਕਰਾਉਂਦੇ ਨੇ। ਜਿਹੜੀ ਮੁਕਤੀ ਦੇਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਨੇ ਦੇਣੀ ਹੈ, ਕਿਉਂਕਿ ਜੋਤ ਦਸਾਂ ਪਾਤਸ਼ਾਹੀਆਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਹੈ। ਇਸ ਲਈ ਸਾਹਿਬਾਂ ਦੀ ਕਿਰਿਆ, ਸਾਹਿਬਾਂ ਦੇ ਜੀਵਨ ਦੀ ਸ਼ੰਕਾ ਨਹੀਂ ਕਰਨਾ ਬਣਦਾ। ਭੈੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਸਾਡੇ ਨਾਲ ਤਾਂ ਕਿਸੇ ਦਾ ਵੈਰ ਹੋਏਗਾ, ਮੈਂ ਕਿਸੇ ਬਾਰੇ ਕੋਈ ਗਲਤ ਬੋਲ ਸਕਦਾ, ਮੇਰੇ ਨਾਲ ਤਾਂ ਵੈਰ ਵਿਰੋਧ ਲੜਾਈ ਝਗੜਾ ਹੋ ਸਕਦਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਤਾਂ ਹਰੇਕ ਨੂੰ ਪਿਆਰ ਦਾ ਨਾਮ ਦਾ ਉਪਦੇਸ਼ ਦਿੰਦੇ ਨੇ। ਫਿਰ ਵੀ ਮੂਰਖ ਲੋਕ ਇਹਨਾਂ ਦੀ ਕਿਉਂ ਬੇਅਦਬੀ ਕਰਦੇ ਹਨ? ਹੈਰਾਨੀ ਦੀ ਗੱਲ ਹੈ। ਖੁਦ ਆਪਦੇ ਸਾਡੇ ਸਿੱਖਾਂ ਨੂੰ ਹੀ ਮਹਾਰਾਜ ਦੇ ਬਾਰੇ ਭਰੋਸਾ ਨਹੀਂ, ਸ਼ਰਧਾ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਵੇਖੋ ਜਦ ਸਿੱਖੀ ਦੀ ਪਰਖ ਕੀਤੀ ਸੀ ਤਾਂ ਆਪਦੀ ਬਾਹਰਲੀ ਕਿਰਿਆ ਮਹਾਰਾਜ ਨੇ ਧਾਨ ਗੁਰੂ ਵਾਲੀ ਕਰ ਲਈ। ਧਾਨ ਗੁਰੂ ਬਰਾਹਾਂ ਕਰਤਾਰ, ਕਰਤਾਰਪੁਰ ਸਾਹਿਬ ਖੇਤੀ ਕਰਾਉਣ ਲੱਗ ਪਏ ਅਤੇ ਕਈ ਸਿੱਖ ਇਹ ਵੇਖ ਕੇ ਭੱਜ ਗਏ ਕਿ ਜੇ ਖੇਤੀ ਕਰਨੀ ਹੈ ਅਸੀਂ ਆਪਦੇ ਘਰ ਨਹੀਂ ਕਰ ਸਕਦੇ। ਜਿਹੜੇ ਬਾਕੀ ਰਹਿ ਗਏ ਮਹਾਰਾਜ ਨੇ ਉਹਨਾਂ ਦਾ ਭੋਜਨ ਸਾਧ ਸੰਗਤ ਜੀਓ 8 ਪਹਿਰਾ ਕਰ ਦਿੱਤਾ। ਕਈ ਵਿਚਾਰੇ ਭੁੱਖ ਤੋਂ ਡਰਦੇ ਹੋਏ ਭੱਜ ਗਏ। ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਕਿਹਾ ਵੀ 1 ਦਿਨ ਬਾਅਦ ਭੋਜਨ ਮਿਲੇਗਾ, ਫਿਰ 2 ਦਿਨਾਂ ਬਾਅਦ ਕਰਤਾ। ਜਾਂ ਥੋੜ੍ਹੀ ਸੰਗਤ ਰਹਿ ਗਈ ਅਤੇ ਖੇਤੀ ਪੱਕ ਗਈ, ਖਲਵਾੜੇ ਲੱਗ ਗਏ ਅਤੇ ਮਹਾਰਾਜ ਨੇ ਖਲਵਾੜੇ ਲਾ ਕੇ ਆਖਿਆ ਵੀ ਸਾਰਿਆਂ ਨੂੰ ਅੱਗ ਲਾ ਕੇ ਸਾੜ ਦਿਓ। ਕਈ ਸਿੱਖ ਉਦੋਂ ਭੱਜ ਗਏ, ਉਹਨਾਂ ਦੀ ਸ਼ਰਧਾ ਟੁੱਟ ਗਈ ਵੀ ਕਿਹੋ ਜਿਹੇ ਗੁਰੂ ਸਾਹਿਬ ਨੇ, ਇੰਨੀ ਮਿਹਨਤ ਨਾਲ ਬੱਚਿਆਂ ਵਾਂ ਖੇਤੀ ਪਾਲੀ ਹੈ, ਅਸੀਂ ਆਪਦੇ ਹੱਥੀਂ ਕਿਵੇਂ ਅੱਗ ਲਾ ਕੇ ਸਾੜੀਏ। ਉਹ ਕਈ ਦੌੜ ਗਏ, ਥੋੜ੍ਹੇ ਰਹਿ ਗਏ। ਫਿਰ ਮਹਾਰਾਜ ਨੇ ਧਾਨਕ ਰੂਪ ਧਾਰਿਆ, ਆਪਣੇ ਵਸਤਰ ਉਤਾਰ ਲਏ ਅਤੇ ਸਰੀਰ ਉੱਪਰ ਲੱਸੀ ਦੇ ਛੱਟੇ ਮਾਰ ਲਏ। ਹੱਥ ਵਿੱਚ ਖੂੰਘੀਆਂ ਵਾਲਾ ਘੜਤ ਸੋਟਾ ਪਕੜ ਲਿਆ, ਲੱਕ ਨਾਲ ਮੁੰਜ ਦੇ ਵਾਣ ਦੇ ਰੱਸੇ ਦਾ ਕਮਰ ਕੱਸਾ ਕਰ ਲਿਆ। ਜਿਹੜਾ ਕੋਈ ਲਾਗੇ ਆਏ ਉਹਦੇ ਕੁੱਤਕਾ ਮਾਰਨ ਅਤੇ ਮਗਰ ਕੁੱਤੇ ਲਾ ਲਏ। ਵੇਖ ਕੇ ਕਈ ਦੌੜ ਗਏ, ਗੁਰੂ ਸਾਹਿਬ ਦੀ ਕਿਰਿਆ ਭਰਮ ਗਏ, ਸ਼ਰਧਾ ਤੋੜ ਬੈਠੇ ਅਤੇ ਕਈ ਸੰਗਤਾਂ ਮਗਰ ਗਈਆਂ। ਮਹਾਰਾਜ ਕਹਿੰਦੇ ਭਾਈ ਤੁਸੀਂ ਸਾਡੇ ਮਗਰ ਕਿਉਂ ਆ ਰਹੇ ਹੋ? ਉਹਨਾਂ ਨੂੰ ਪੈਸੇ ਦਿਖਾਏ, ਆਖਿਆ ਪੈਸੇ ਚੁੱਕੋ ਅਤੇ ਆਪਦੇ ਘਰ ਨੂੰ ਜਾਓ। ਕਈ ਪੈਸੇ ਲੈ ਕੇ ਘਰਾਂ ਨੂੰ ਚਲੇ ਗਏ ਵੀ ਆਪਾਂ ਗੁਰੂ ਤੋਂ ਕੀ ਲੈਣਾ। ਗੁਰੂ ਜੀ ਦੀ ਕਿਰਿਆ ਹਾਸੋਹੀਣੀ ਹੋ ਗਈ ਹੈ।
ਜਿਹੜੇ ਥੋੜ੍ਹੇ ਰਹਿ ਗਏ ਮਹਾਰਾਜ ਨੇ ਉਹਨਾਂ ਨੂੰ ਅੱਗੇ ਚਾਂਦੀ ਦੇ ਰੁਪਈਏ ਦਿਖਾਏ। ਕਈ ਚਾਂਦੀ ਦੇ ਰੁਪਈਏ ਲੈ ਕੇ ਚਲੇ ਗਏ ਵੀ ਆਪਾਂ ਗੁਰੂ ਤੋਂ ਕੀ ਲੈਣਾ। ਮਹਾਰਾਜ ਦੀ ਕਿਰਿਆ 'ਚ ਫਰਕ ਪੈ ਗਿਆ। ਜਿਹੜੇ ਥੋੜ੍ਹੇ ਬਹੁਤੇ ਰਹਿ ਗਏ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਦਿਖਾਈਆਂ। ਕਈ ਸੋਨੇ ਦੀਆਂ ਮੋਹਰਾਂ ਲੈ ਕੇ ਚਲੇ ਗਏ। ਫਿਰ ਕੁਝ ਹੋਰ ਥੋੜ੍ਹੇ ਰਹਿ ਗਏ ਉਹਨਾਂ ਨੂੰ ਹੀਰੇ ਮੋਤੀ ਜਵਾਹਰਾਤ ਦਿਖਾਏ। ਉਹ ਵੀ ਵੇਖ ਕੇ ਭਰਮ ਗਏ। ਐਂਡ 'ਤੇ ਕੇਵਲ 3 ਗੁਰਸਿੱਖ ਬਚੇ। ਇੱਕ ਬਾਬਾ ਬੁੱਢਾ ਜੀ, ਇੱਕ ਭਾਈ ਭਗੀਰਥ ਜੀ, ਇੱਕ ਭਾਈ ਸਧਾਰਨ ਜੀ, ਅਤੇ ਚੌਥੇ ਜਿਹਨਾਂ ਗੁਰੂ ਬਣਨਾ ਪਾਵਨ ਸ੍ਰੀ ਲਹਿਣਾ ਜੀ। ਫਿਰ ਮਹਾਰਾਜ ਨੇ ਦਬਕਾ ਮਾਰਿਆ ਵੀ ਸਾਡੇ ਪਿੱਛੇ ਕਿਉਂ ਆਉਂਦੇ ਹੋ। ਕਹਿੰਦੇ ਤੁਸੀਂ ਸਾਡੇ ਗੁਰੂ ਸਾਹਿਬ ਹੋ ਜੀ। ਮਹਾਰਾਜ ਕਹਿੰਦੇ ਜੇ ਸਾਨੂੰ ਤੁਸੀਂ ਗੁਰੂ ਮੰਨਦੇ ਹੋ ਸਾਡੇ ਆਖੇ ਵੀ ਲੱਗੋ। ਹਾਂਜੀ ਦੱਸੋ। ਪਾਤਸ਼ਾਹ ਨੇ ਮੁਰਦਾ ਦਿਖਾਇਆ, ਮਾਇਆ ਦਾ ਮੁਰਦਾ। ਉਹਦੇ 'ਤੇ ਚਿੱਟਾ ਬਸਤਰ ਪਿਆ ਹੋਇਆ ਸੀ, ਚਿਖਾ ਦੇ ਉੱਪਰ ਉਹਨੂੰ ਲਟਾਇਆ ਹੋਇਆ ਸੀ। ਮਹਾਰਾਜ ਕਹਿੰਦੇ ਵੀ ਜੇ ਸਾਡੇ ਸਿੱਖ ਹੋ ਤਾਂ ਮੁਰਦਾ ਖਾਓ। ਜਦ ਮੁਰਦਾ ਖਾਣ ਦਾ ਹੁਕਮ ਹੋਇਆ ਤਾਂ ਬਾਬਾ ਬੁੱਢਾ ਜੀ, ਭਾਈ ਭਗੀਰਥ ਅਤੇ ਭਾਈ ਸਧਾਰਨ ਵਰਗੇ ਪੂਰਨ ਬ੍ਰਹਮ ਗਿਆਨੀ ਕੱਟੜ ਗੁਰਸਿੱਖ ਵੀ ਝਾੜੀਆਂ ਉੱਲੇ ਲੁੱਕ ਕੇ ਵੇਖਣ ਲੱਗ ਪਏ। ਇੱਕੋ ਇੱਕ ਪਾਵਨ ਸ੍ਰੀ ਲਹਿਣਾ ਜੀ ਕਾਮਯਾਬ ਹੋਏ। ਜਦੋਂ ਹੱਥ ਜੋੜ ਕੇ ਖੜੇ ਸਨ ਮਹਾਰਾਜ ਨੇ ਦਬਕਾ ਮਾਰਿਆ, ਨਾਲ ਕੁਤਕਾ ਦਿਖਾਇਆ। ਕਹਿੰਦੇ ਖੜਾ ਕਿਉਂ ਹੋਏ, ਖਾਂਦਾ ਕਿਉਂ ਨਹੀਂ। ਕਹਿੰਦੇ ਮਹਾਰਾਜ ਇਹ ਆਗਿਆ ਨਹੀਂ ਆਪਨੇ ਕੀਤੀ ਵੀ ਸਿਰ ਵੱਲੋਂ ਖਾਵਾਂ ਕਿ ਪੈਰਾਂ ਵੱਲੋਂ ਖਾਵਾਂ, ਕਿਹੜੇ ਪਾਸਿਓਂ ਖਾਵਾਂ। ਮਹਾਰਾਜ ਕਹਿੰਦੇ ਇੱਧਰੋਂ ਸ਼ੁਰੂ ਕਰ, ਸਿਰ ਤੋਂ ਲੈ ਕੇ ਪੈਰਾਂ ਤੱਕ ਖਾ। ਤੁਸੀਂ ਸੱਚ ਨਹੀਂ ਮੰਨਣਾ। ਜਦ ਚਾਦਰ ਉਤਾਰੀ ਤਾਂ ਸਾਰੀ ਤਾਂ ਮਹਾਰਾਜ ਦੀ ਮਾਇਆ ਸੀਗੀ, ਸਭ ਕੁਛ ਅਲੋਪ ਹੋ ਗਿਆ। ਥੱਲੇ ਗਰਮ ਗਰਮ ਕੜਾਹ ਪ੍ਰਸ਼ਾਦ ਦੋਨਾਂ ਥਾਨਾਂ ਨਾਲ ਹੀ ਤਾਂ ਛਕਿਆ, ਨਾਲੇ ਹੁਕਮ ਮੰਨਿਆ ਗਿਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਸਾਰੇ ਆ ਗਏ। ਮਹਾਰਾਜ ਕਹਿੰਦੇ ਆ ਵੇਖ ਲਓ ਬਾਬਾ ਬੁੱਢਾ ਜੀ, ਇਹ ਹੁੰਦੀ ਹੈ ਸ਼ਰਧਾ, ਇਹ ਹੁੰਦੀ ਹੈ ਭਰੋਸਾ, ਸਿਦਕ। ਪਹਿਲੀ ਗੱਲ ਤਾਂ ਗੁਰਦੁਆਰੇ ਆਉਣ ਬਾਰੇ ਕੋਈ ਮਜਬੂਰ ਨਹੀਂ ਕਰਦਾ। ਜੇ ਆਪਾਂ ਆਏ ਹਾਂ ਤਾਂ ਫਿਰ ਸ਼ਰਧਾ ਰੱਖੀਏ। ਇੱਥੇ ਆ ਇੰਜ ਕਿਵੇਂ ਹੁੰਦਾ, ਉਂਝ ਕਿਵੇਂ ਹੁੰਦਾ। ਮਹਾਰਾਜ ਦੀ ਕਿਰਿਆ ਗੁਰੂ ਸਾਹਿਬ ਜੀ ਕੌਤਕੀ ਨੇ, ਉਹਨਾਂ ਦੀ ਮਰਜ਼ੀ ਹੈ, ਜੋ ਮਰਜ਼ੀ ਕਰਨ। ਜਿੰਨਾ ਸ਼ਰਧਾ ਰੱਖੀ ਵੇਖੋ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ। ਅਨੇਕਾਂ ਹੀ ਸਾਖੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਦੀਆਂ, ਤੁਸੀਂ ਸਭ ਜਾਣਦੇ ਹੋ। ਸਭ ਤੋਂ ਜ਼ਿਆਦਾ ਸ਼ੰਕਾ ਆਮ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਕਰਦੇ ਨੇ। ਆਖੇ ਜੀ ਆਪਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਜੀ ਬਾਰੇ ਕੀ ਸੋਚਦੇ ਹਾਂ ਵੀ ਇਹ ਤਾਂ ਵੀਰ ਅਸੀਂ ਹੋਏ ਨੇ ਜੀ, ਇਹ ਤਾਂ ਸ਼ਿਕਾਰ ਖੇਡਦੇ ਰਹੇ ਹਨ ਜੀ, ਇਹਨਾਂ ਤਾਂ ਜੰਗ ਯੁੱਧ ਕੀਤੇ ਨੇ ਜੀ। ਆਪਾਂ ਤਾਂ ਸ਼ਾਂਤੀ ਪਸੰਦ ਅਤੇ ਵੈਸ਼ਨੋ ਬੰਦੇ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ। ਪਹਿਲੀ ਗੱਲ ਤਾਂ ਉਹ ਸਿੱਖ ਹੀ ਨਹੀਂ ਜਿਹੜਾ ਗੁਰੂ ਨਾਨਕ ਸਾਹਿਬ 'ਚ ਅਤੇ ਗੁਰੂ ਗੋਬਿੰਦ ਸਿੰਘ ਦੇ ਵਿੱਚ ਫਰਕ ਸਮਝਦਾ। ਕੋਈ ਫਰਕ ਨਹੀਂ। ਜੋਤ ਉਹ ਹੈ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਸੱਚਖੰਡ ਹਜ਼ੂਰ ਸਾਹਿਬ ਗੁਰਦੁਆਰਾ ਸ਼ਿਕਾਰ ਘਾਟ, ਉਹਦਾ ਕੀ ਇਤਿਹਾਸ ਹੈ ਤੁਹਾਨੂੰ ਸਾਰਿਆਂ ਨੂੰ ਪਤਾ, ਤੁਸੀਂ ਦੱਸੋ ਮੈਨੂੰ। ਸ਼ਿਕਾਰ ਘਾਟ ਦਾ ਇਹੀ ਇਤਿਹਾਸ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਕਾਰ ਖੇਡਿਆ। ਅਤੇ ਸ਼ਿਕਾਰ ਕਾਹਦੇ ਲਈ ਖੇਡਿਆ? ਕੋਈ ਮਾਸ ਖਾਣ ਵਾਸਤੇ ਥੋੜ੍ਹਾ ਖੇਡਿਆ, ਜ਼ੁਬਾਨ ਦੇ ਸਵਾਦ ਲਈ ਨਹੀਂ। ਜੇ ਜ਼ੁਬਾਨ ਦਾ ਸਵਾਦ ਲੈਣਾ ਹੁੰਦਾ ਤਾਂ ਛੋਟੇ ਜਿਹੇ ਸਹੇ ਨਾ ਕੀ ਬਣਦਾ, ਮਾਰਿਆ ਕੀ ਸਿਆ ਮਾਰਿਆ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਜ਼ਿਕਰ ਹੁੰਦਾ ਹੈ ਕਿ ਮੂਲਾ ਖੱਤਰੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬੇਮੁਖ ਹੋ ਗਿਆ। ਜਦ ਗੁਰੂ ਸਾਹਿਬ ਆਏ ਅਤੇ ਘਰ ਵਾਲੀ ਦੇ ਆਖੇ ਲਾ ਕੇ ਪਾਥੀਆਂ ਦੇ ਘੀਰੇ ਵਿੱਚ ਲੁਕ ਗਿਆ ਅਤੇ ਮਹਾਰਾਜ ਨੇ ਆਵਾਜ਼ ਮਾਰੀ ਅਤੇ ਘਰ ਵਾਲੀ ਕਹਿਣ ਲੱਗੀ ਜੀ ਉਹ ਘਰ ਨਹੀਂ ਹੈ। ਸਾਹਿਬਾਂ ਨੇ ਬਚਨ ਛੱਡ ਦਿੱਤਾ ਵੀ ਉਹ ਫਿਰ ਕੀ ਪਤਾ ਘਰ ਹੋਵੇਗਾ ਹੀ ਨਹੀਂ, ਸੱਪ ਲੜ ਕੇ ਮਰ ਗਿਆ। ਅਜੇ ਜਾਨ ਸਹਿਕਦੀ ਸੀ। ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਮੈਨੂੰ ਮਹਾਰਾਜ ਦੇ ਦਰਸ਼ਨ ਕਰਾਓ। ਅਤੇ ਪਰ ਜਿੱਥੇ ਗੁਰਦੁਆਰਾ ਰੋੜੀ ਸਾਹਿਬ ਜਦੋਂ ਤੱਕ ਪਹੁੰਚੇ
उदों तक वो चढ़ाई कर गया। महाराज कहते हुण इहनूं 10वें स्वरूप च बख्शांगे। उत्थे जिक्र होंदा है कि महाराज ने बाज छड्डिया ते बाज ने चुंझ की लपेट दे विच लिया के सही नूं मार दिता ते वो बेचारा बड़ा सहकदियां वो मर गया। आम इतिहासकारां ने भी लिखिया है कि गुरु साहब ने तीर मार के सही का शिकार किया। एक वैष्णव भगत वैष्णव साधु उत्थे महाराज के दर्शन करन आया। सिखां नूं पुछया कि गुरु साहब कित्थे ने? वो कहंदे वो तां शिकार खेडण गए ने। उन्हें सोचा भी मैं वैष्णव हाँ, गुरु साहब जी तामसी बिरती वाले, ये मैनू की उपदेश देणगे? पर फिर भी मैं दूरों आया, चलो दर्शनकारी चलीए, दर्शनों का तो कोई हर्ज नहीं है। वो कुदरती उदों आया जदों महाराज ने सिया मारिया। सिया बेचारा तड़फ रहा सी। वो सोची पै गया भी किड्डा गुरु ये तामसी है, देखो सिया मारिया तो महाराज हस रहे ने। कहंदा सच्चे पातशाह भी तुसीं इहो जी बिरती एडे वड्डे गुरु हो के जी घात कर रहे हो। महाराज कहंदे भी मैं नहीं, इहदा उत्तर यही दऊगा। उत्ते कृपा दृष्टि की, उहदा शरीर छुट गया, उहदे विचों एक दिव्य रूह निकली। उन्हें सारी साखी सारियां नूं सुनाई कि महाराज का धन्नवाद सच्चे पातशाह, तुहाडा शुक्र है, मेरी आपने देह छड़ाई है तो मैनू मुक्त किया है। वो साधु आशीष कर उठिया। इस तरह मुक्तसर साहिब का जंग नबेड़ के गुरु जी काल चराणी गए तो उथे भाई रूपचंद के पोतरे भाई परम ते भाई धर्म सिंह महाराज दे नाल सन। भाई धर्म सिंह नूं महाराज ने आख्या भी भाई धर्म सिंह ओ एक दरख्त के उपर आलना है ते आलने दे विच कां दे 2 बच्चे होणगे, जिहड़ा बच्चा तेरे वाल वेखे तूं उहदी गर्दन मरोड़ के मार दई। ये दोवें भरा गए। भाई धर्म सिंह हेठां खड़िया, भाई परम सिंह उपर चढ़िया। वो जिस कां दे बच्चे ने सिख वाल मूँह करके रौला जिहा पाया, उन्हें फड़ के गर्दन मरोड़ती। वेखण वाले शंका कीता कि महाराज आपने कां दा बच्चा क्यों मरवाया? महाराज कहंदे आपे दसूगा। उहदे चों रूह निकली। उन्हें दसिया भी महाराज आप दा धन्नवाद, मैं आनंदपुर साहब आप दे घर दा लांगरी सीगा। सिखां संगतां नूं झमियां लै लै क्रोध विच पैंदा हुंदा सी। किसी सिख प्रेमी श्रद्धालु ने मैनूं वचन छड्डता कि की तूं कां कां करदा रहिंदा है, तूं गुरु घर दी सेवा करन दे लायक नहीं है। ਉਹਦੇ बचन करके मैं कां की जोनी पाई है। गुरु साहिबां ने कृपा करके मेरी जोनी मेट दी है। इस तरह एक गुरु रामदास महाराज के वेले का सिख किते महाराज ने काम भेजिया तो 5 पैसे ही उहदे कोल सीगे, महाराज ने भी नहीं दिते, उन्हें भी नहीं मंगे। राह च पानी पार करना सी बेड़ी ते वह बेड़ी विच बैठ गया। जद मलाह ने दरिया दे विच कर बेड़ी ठल्ली, सारियां कोलों पैसे गराने शुरू किए। सिख नूं कहंदे तूं भी किराया दे, कहंदा मेरे कोल 5 पैसे ने ते मैं महाराज दा सिख हाँ, अमृतसरों मैं किसी काम लई आया हाँ, गुरु साहब दे घर दा काम है ते 5 पैसे तूं लै ला। कहंदा नहीं, तूं विच बैठिया क्यों, मैनूं तां पूरी मजदूरी चाहिदी है। सिख ने बड़े तरले मारे भी मैनू तो माफ़ कर दे, फिर किते आउंदे जांदे तेरा नबेड़ा कर देंगे। कहंदा नहीं, जां तां पैसे दे ते जां फिर हुण तेरी मैं जान लै लूँ। गुस्से विच आके उन्हें सिख नूं फड़िया ते फड़ के बेचारे दे तरले मारदियां नूं पानी च सुੱਟਤਾ। उन्हें डुबदियां होइयां मन का फुरना किया भी किहो जिहा निर्दयी बंदा, एक 5 पैसे दे बदले ते मैनू इन्हें मार घत्तिया। किते मेरे काबू आवे मैं भी इनू दसा, जे गुरु कृपा करे ये मेरे काबू आए। उन्हें गुरु का नाम लिया, जित लागू मन वासना अंत साई प्रगटानी। सिख बाज बनिया ते मलाह जिहड़ा सीगा वो बटेरा बनिया। ये मैं चुटकले या कहानियां अखबारों वालियां नहीं सुना रहा, ये गुरु का इतिहास जी।
महाराज दे बचन बिल्कुल सच्चे ने। श्री गुरु हरगोबिंद साहब जी महाराज 6वें पातशाह मैते दे कोल घमाणा पिंड है, उत्थे गुरुद्वारा श्री हरगोबिंदपुर है, लागे श्री हरगोबिंदपुर शहर है, दमदमा साहब, जिथे महाराज ने साध संगत जी दूजा युद्ध जितया। इत्थे गुरु साहब का जिहड़ा बास सीगा उन्होंने महाराज बटेरा खवा रहे सन, तो वह खून चोरिया सी, एक हथ नाल बटेरा फड़िया होया तो लागे बाज नूं चुंझा मरा रहे, वो बेचारा तड़फड़िया, खून नाल हथ लिबड़े हुए महाराज दे चोले ते छट्टां मार। वेखण वाला वो काशी तो संगत आई, उहदे च एक भगत सीगा वैष्णो भगत, कहन लगा भी दसो एडी दूरों आए तो किहो जे गुरु दे मत्थे लगे, इनू मासा भूरा भी दया नहीं, किन्ने वेख मुसलमाने ने मारे, तो हुण छोटे जे जीव मरदे तो खुश हो रहे हैं, चाहिए अफसोस करना किसी जीव नूं बचाउणा, पर ये आप मरवा रहे हैं। मारे कहते हाँ बई सिखा की सोच रहे हैं, कहते सच्चे पातशाह बटेरा बेचारा तड़फे, इनू छड्ड दिओ। मारे कहते लेखा भुगता रहे हैं, असीं विचोले जू होए, साडा विच ये जामन है, इन्हें साडी जामनी दिती है, साडा नाम लिया, इहदा लेखा साडा फर्ज है भुगताउणा, जब लेखा भुगत जाऊगा फिर तैनूं अपने आप पता लगूगा। हौली हौली बटेरा बेचारा वो मास नोच नोच के बाज खा गया तो वह चढ़ाई कर गया, वो चो प्रकाश निकलिया। उन्हें गुरु महाराज नूं नमस्कार करके धन्नवाद किया, सच्चे पातशाह मैनू माफ़ करो जी, मैं आप दे सिख नूं जिउंदे नूं पानी च सुट के मारिया, मैं मलाह सीगा, इन्हें आप दा नाम लिया, मैं तुहाडे नाम ते भी नहीं छड्डिया। महाराज हुण किरपा करो, मेरी मुक्ति करो, आप दी किरपा नाल हुण मैं सचखंड जा रहा। इउं साध संगत जीओ, सतगुरु ने कल्ला शिकार नहीं खेडिया, बंदे बहादुर दे डेरे च जाके बकरे झटकाए ने, काहदे वास्ते? जदों तड़फिया भी तुसीं मेरे आश्रम नूं अपवित्र कर दिता खून डोल के। मारे कहंदे पुੱਤ इत्थे तां तूं अपवित्र माने आश्रम, एक बकरे दे झटकाउण नाल पंजाब दी धरती ते वेख छोटे छोटे बच्चिआं दा किन्निआं दा खून डुलिया, वो धरती अपवित्र नहीं होई। तुसीं लोग साधु माड़ा फेरदे गोदावरी दे कंढे ते लोके बैठे होए हो, गृहस्थी बंदा तां जुल्म दे विरुद्ध बोल ही नहीं सकदा, जे साधु बीड़ा नहीं चुकणगे तां जुल्म दा टाकरा कौन करूगा? कहंदा जी सत बचन, उन्होंने बंदा बहादुर बना के बदला लैन लई ते पंजाब दी धरती नूं तोरिया, उन्हें सरहंद दी इट नाइट खड़का के साहिबजादियां दी शहीदी दा बदला लिया। इउं साध संगत जीओ, सतगुर मेरा मार जी वाला है, सतगुर मेरा सर प्रतपाला है। मार इन्हें तो बंदे भी वड्डे, पाप पंजां प्यारिਆਂ ਦੇ ਵੇਖੋ ਸੀਸ लए, ਉਹਦਾ मतलब की सीगा? मतलब ਜਿਹੜਾ ਪਹਿਲਾ ਜੀਵਨ ਸੀਗਾ ਉਹਨੂੰ ਖਤਮ ਕਰਕੇ ਇੱਕ ਨਵੀਂ रूह फूकी। ਜਦੋਂ भी गुरु घर आईदा है तो अमृत छकण का ये भाव है, सतगुर कै जन्म गमन मिटाया, सतगुरु के घर नवा जन्म हुंदा, पिछला आवागमन का चक्कर महाराज मेट के ते भगती प्यार वाला पापां दा जीवन खत्म करके भगती प्यार शरधा वाला जीवन बख्शदे ने। इसलिए महाराज की बारी करिया, भावें जैसी भी होवे, सानू भरमना नहीं चाहिए। गुरु के इतिहास की कोई भी साखी है, कभी भी उहदे ते तर्क या शंका नहीं करनी चाहिए। महाराज का सच्चा सुच्चा पवित्र इतिहास, अमृत छको, गुरु जी दे लड़ लगो, गुरबाणी दे नित नेमी होवो, गुर बिन घोर अंधार, गुरु बिन समझ न आवे, गुर बिन सुरत न सिद्ध, गुरु बिन मुक्त न पावे, गुर कर सच विचार, गुरु कर रे मन मेरे, गुर कर शब्द सपुन, अगन कट्टे सब तेरे, गुर नैन बैन गुर गुर करो, गुरु सत कम नल कै, जिन गुरु न देखियो नौ कियो, ते अकियाथ संसार में। गुरु तेग बहादुर कहने शांति स्वरूप ने। ये भी कड़े पिंड एक बार शिकार खेड रहे, किसी साधु ने शंका किया कि घोड़े की काठी नाल इन्हां मास बन्निया होया, ते कहंदा महाराज तुसीं इन्ने शांति स्वरूप ते तुसीं जीवां नूं मार के घोड़े की काठी नाल बन्निया होया, इसे इन्ना पाप कर रहे हो। मारे कहंदे हैं ये पाप है?
अच्छा, सिखा नूं गया भी खोल दिओ। जद वो खोल दिते उठ के भजन लग पे, कोई तां चढ़ गया, कोई सज्जे कोई खब्बे। वो इस तरह जिस तरह मरी ना होण, जिउंदे होण। महाराज सच्चे पातशाह कहंदे भाई ये जीवां दे कर्म असीं भगताउंदे आ, इन्हां दी मुक्ति करदे आ। उहदा शंका निवृत्त होया सीगा। इउं साध संगत जीओ, गुरु महाराज सच्चे पातशाह जी दे चरनां ते शरधा रख के भरोसा रखिए। 5 प्रकार की सिੱਖੀ है। एक भेख दी है, एक वेखा वेखी दी है, एक हिरस दी है। 3 प्रकार की सिੱਖੀ दे नाल बेड़ा पार नहीं। चौथी है भावना दी, प्रेम दी। 5वीं है सिदक दी। जे प्रेमी बनांगे, सिदकी बनांगे, श्रद्धालु बनांगे तो वाहिगुरु नाम जहाज है, चढ़े सोतरे पार, जो शरधा कर सेमदे, पार उतारनहार। भुल्लां चुका खिमा करनी है जी। अगे तो समत बख्शने। फतेह बुलाओ। वाहिगुरु जी का खालसा, वाहिगुरु जी की फतेह।